ਬਾਰੇ ਅਸੀਂ ਡਿਸਕਸ ਕਰੀਏ ਕਿਉਂਕਿ ਇਹ ਟੌਪਿਕ ਸਾਡੇ ਸਾਊਥ ਏਸ਼ੀਅਨਸ ਅੰਦਰ ਫੈਮਲੀਜ਼ ਅੰਦਰ ਲੋਕ ਇਸ ਦੇ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ ਕਿਉਂਕਿ ਇਹ ਡਾਇਰੈਕਟਲੀ ਤੁਹਾਡੇ ਬੱਚਿਆਂ ਨਾਲ ਕਨੈਕਟਡ ਹੈ ਪੀਪਲ ਡੋਂਟ ਵਾਂਟ ਟੂ ਐਡਮਿਟ ਕਿ ਉਹਨਾਂ ਦੇ ਬੱਚਿਆਂ ਅੰਦਰ ਕੋਈ ਪ੍ਰੋਬਲਮ ਹੈਗੀ ਔਰ ਹਾਊ ਕੈਨ ਦੇ ਗੋ ਐਂਡ ਗੈਟ ਹੈਲਪ ਅਗਰ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਪ੍ਰੋਪਰਲੀ ਕਿੱਥੇ ਜਾ ਕੇ ਉਹ ਹੈਲਪ ਲੈਣ ਆਪਣੇ ਬੱਚਿਆਂ ਵਾਸਤੇ ਸਾਡਾ ਅੱਜ ਦਾ ਟੌਪਿਕ ਹੈਗਾ ਔਟਿਜ਼ਮ ਉਸਦੇ ਬਿਹੇਵੀਅਰਸ ਕੀ ਹੈਗੇ ਤੁਸੀਂ ਕਿਸ ਤਰ੍ਹਾਂ ਔਟਿਜ਼ਮ ਆਪਣੇ ਬੱਚੇ ਅੰਦਰ ਡਿਟੈਕਟ ਕਰ ਸਕਦੇ ਹੋ ਨਾਲੇ ਹੀ ਇਸ ਦੇ ਨਾਲ ਸਪੀਚ ਅੰਦਰ ਅੰਡਰਸਟੈਂਡਿੰਗ ਅੰਦਰ ਕਿਹੜਾ ਬਿਹੇਵੀਅਰ ਹੋਏਗਾ ਜਿਸ ਦੇ ਨਾਲ ਤੁਹਾਨੂੰ ਪਤਾ ਚੱਲੇ ਕਿ ਤੁਹਾਡੇ ਬੱਚਿਆਂ ਨੂੰ ਔਟਿਜ਼ਮ ਹੈਗਾ ਬੱਚੇ ਨੂੰ ਔਟਿਜ਼ਮ ਹੈਗਾ ਉਸ ਦੇ ਨਾਲ ਹੀ ਅਸੀਂ ਐਕਸਪਰਟਸ ਲੈ ਕੇ ਆਏ ਹਾਂ 3 ਵੰਡਰਫੁਲ ਵੂਮਨ ਜਿਹੜੇ ਇਸ ਫੀਲਡ ਅੰਦਰ ਕਾਫੀ ਚਿਰ ਤੋਂ ਕੰਮ ਕਰ ਰਹੇ ਨੇ ਔਰ ਕਈ ਸਾਲਾਂ ਤੋਂ ਔਟਿਸਟਿਕ ਬੱਚਿਆਂ ਨਾਲ ਕੰਮ ਕਰ ਰਹੇ ਨੇ who will be able to tell us कि किस तरह what can you do how can you detect this problem and how can you get help with it सत श्री अकाल everybody सत श्री अकाल thank you ਕੁਲਦੀਪ ਚਿੰਦੋਕ कृपा देसाई पूनम सिकन thank you so much कि आज ਤੁਸੀਂ ਸਾਰੇ ਸਾਡੇ ਨਾਲ ਇੱਥੇ ਹੋ to discuss about this matter ਜਿਹੜੀ slowly becoming autism is I think becoming almost number 2 number 3 problem third largest disorder today third largest disorder in the country ਤੇ ਕੁਲਦੀਪ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਦੱਸੋ ਕਿ autism ਹੈ ਕੀ what is this problem autism ਨੂੰ ਅਗਰ ਮੈਂ ਇੰਗਲਿਸ਼ ਵਿੱਚ ਡੈਫੀਨੇਸ਼ਨ ਦਵਾਂ ਜੋ ਬੇਸਿਕਲੀ ਡੈਫੀਨੇਸ਼ਨ ਅਵੇਲੇਬਲ ਹੈ ਕਿ ਇਟ ਇਜ਼ ਅ ਨਿਊਰੋਲੋਜੀਕਲ ਡਿਸਆਰਡਰ ਓਕੇ ਇਟ ਇਜ਼ ਤੁਹਾਡੀ ਜੋ ਬ੍ਰੇਨ ਦੀ ਨਰਵਸ ਹੈਗੀਆਂ ਉਹਦੇ ਨਾਲ ਕਨੈਕਟਡ ਹੈਗਾ ਕਿ ਜਿਸ ਤਰ੍ਹਾਂ ਹੁਣ ਤੁਹਾਡੇ ਅੱਖਾਂ ਨੱਕ ਕੰਨ ਸਭ ਹੈ ਤਾਂ ਅਸੀਂ ਇਨਪੁਟ ਮਿਲਦੀ ਹੈ ਸਾਨੂੰ ਹਰ ਤਰਫ ਤੋਂ ਸੈਂਸਸ ਤੋਂ ਲੇਕਿਨ ਉਹਨੂੰ ਅਸੀਂ ਅੱਖ ਜੋ ਜੀ ਦੇਖੀ ਕੀ ਦੇਖੀ ਹੈ ਉਹ ਮੈਸੇਜ ਤੁਹਾਨੂੰ ਬ੍ਰੇਨ ਦਿੰਦਾ ਹੈਗਾ ਤੁਹਾਡੇ ਨਰਵਸ ਦਿੰਦੇ ਨੇ ਉੱਥੇ ਕੋਈ ਕਨੈਕਸ਼ਨ ਦੀ ਗਲਤ ਕੁਝ ਕਨੈਕਸ਼ਨ ਹੋ ਜਾਂਦਾ ਹੈਗਾ ਉਹ ਅਜੇ ਤੱਕ ਅਸੀਂ ਪਤਾ ਨਹੀਂ ਕਰ ਸਕਿਆਂਗੇ ਕਿ ਹੈ ਕੀ ਵਾਓ ਉਹ ਨਹੀਂ ਸਾਨੂੰ ਅਜੇ ਪਤਾ ਕਾਜ਼ ਕੀ ਹੈਗਾ ਕਿਸ ਤਰ੍ਹਾਂ ਹੋਇਆ ਹੈ ਕੀ ਉਹਦਾ ਰੀਜ਼ਨ ਹੈਗਾ ਉਹ ਨਹੀਂ ਅਸੀਂ ਅਜੇ ਉਹ ਗੱਲ ਦਾ ਪਤਾ ਕਿਸੇ ਨੂੰ ਵੀ ਲੇਕਿਨ ਇਹ ਹੈ ਕਿ ਕੁਝ ਬਿਹੇਵੀਅਰਸ ਉਹਨਾਂ ਦੇ ਬੱਚਿਆਂ ਦੇ ਹੁੰਦੇ ਜਿਸ ਨਾਲ ਐਵੀਡੈਂਟ ਹੁੰਦਾ ਕਿ ਕੁਝ ਸਹੀ ਨਹੀਂ ਹੋ ਰਿਹਾ ਤੇ ਉਹ ਬਿਹੇਵੀਅਰਸ ਹੈਗੇ ਪੂਅਰ ਸੋਸ਼ਲ ਸਕਿੱਲਸ ਹੁੰਦੇ ਨੇ ਉਹਨਾਂ ਦੇ ਮਤਲਬ ਮਿਲਣਾ ਜੁਲਣਾ ਅੱਖ ਨਹੀਂ ਮਿਲਾਣਾ ਕਿਸੇ ਨਾਲ ਬੋਲਣ ਦੀ ਕਮੀ ਆ ਜਾਂਦੀ ਹੈ ਬੱਚਿਆਂ ਵਿੱਚ ਤੁਹਾਡੇ ਨਾਲ ਵੱਡਿਆਂ ਨਾਲ ਜਾਂ ਲੋਕਾਂ ਨਾਲ ਐਕਚੁਅਲੀ ਇੰਟਰੈਕਟ ਕਰਨਾ ਨਹੀਂ ਪਸੰਦ ਕਰਦੇ ਤਾਂ ਉੱਥੇ ਸਾਨੂੰ ਕੁਝ ਸ਼ੱਕ ਜਿਹਾ ਹੋ ਜਾਂਦਾ ਹੈ ਕਿ ਵੀ ਇੱਥੇ ਕੁਝ ਸਹੀ ਨਹੀਂ ਹੈ ਕੋਈ ਫਿਜ਼ੀਕਲ ਸਾਈਨ ਤੁਹਾਨੂੰ ਨਜ਼ਰ ਨਹੀਂ ਆਏਗਾ ਰੀਅਲੀ ਕਿ ਤੋਂ ਬੋਲਦੇ ਜਿਸ ਤਰ੍ਹਾਂ ਪਹਿਲਾਂ ਹੁੰਦੇ ਸੀ ਬੱਚੇ ਜਿਹਨਾਂ ਨੂੰ ਡਾਊਨ ਸਿੰਡਰੋਮ ਹੁੰਦਾ ਸੀ ਜਾਂ ਮੈਂਟਲੀ ਰਿਟਾਰਡ ਹੁੰਦੇ ਸੀ ਤਾਂ ਸ਼ਕਲ ਤੋਂ ਪਤਾ ਲੱਗ ਜਾਂਦਾ ਸੀ ਕਿ ਗਲਤ ਕੁਝ ਗੱਲ ਹੈ ਇੱਥੇ ਬੱਚੇ ਦੀ ਜਾਂ ਫਿਜ਼ੀਕਲ ਹੈਂਡੀਕੈਪ ਜਾਂ ਵਿਜ਼ੂਅਲੀ ਇੰਪੇਅਰ ਤੁਹਾਨੂੰ ਨਜ਼ਰ ਆ ਜਾਏਗਾ ਬਟ ਜਿਹੜੇ ਬੱਚੇ ਆਟਿਜ਼ਮ ਵਾਲੇ ਹੈਗੇ ਨਾ ਉਹਨਾਂ ਦੀ ਨਾਰਮਲ ਲੱਗਣਗੇ ਤੁਹਾਨੂੰ ਲੇਕਿਨ ਉਹਨਾਂ ਦੇ ਬਿਹੇਵੀਅਰਸ ਤੋਂ ਸਾਨੂੰ ਕੁਝ ਲੱਗਦਾ ਹੈ ਕਿ ਕੁਝ ਸਹੀ ਨਹੀਂ ਹੋ ਰਿਹਾ ਸਮਥਿੰਗ ਇਜ਼ ਰੋਂਗ ਓਕੇ ਨਾਓ ਲੈਟ ਮੀ ਆਲਸੋ ਆਸਕ ਯੂ ਕਿ ਆਟਿਸਟਿਕ ਐਂਡ ਪੂਨਮ ਜੀ ਮੈਂ ਤੁਹਾਨੂੰ ਵੀ ਇਹ ਕੁਐਸਚਨ ਪੁੱਛਾਂਗੀ ਕਿ ਆਟਿਸਟਿਕ ਬੱਚਾ ਕਿਹੜੀ ਏਜ ਤੇ ਤੁਹਾਨੂੰ ਪਤਾ ਚੱਲਦਾ ਹੈ ਕਿ ਇਸ ਬੱਚੇ ਨੂੰ ਕੋਈ ਪ੍ਰੋਬਲਮ ਹੈਗੀ ਕੁਝ ਸਮਥਿੰਗ ਇਜ਼ ਨਾਟ ਰਾਈਟ ਕਦੋਂ ਪਤਾ ਚੱਲਦਾ ਹੈ यूजुअली लाइक 12 मंथ्स होता है पर लेकिन मोस्टली लाइक 18 मंथ्स 15 to 18 मंथ्स में बच्चा जब बात करने लगता है या थोड़े वर्ड्स होते हैं उसके पर ये बच्चे जो थोड़े होते हैं ये जैसे अपने आप में ही खेल रहे होते हैं तुम्हारे पास आएंगे नहीं कोई चीज़ तुम्हें दिखाएंगे नहीं अगर उन्हें कुछ चाहिए भी होगा तो आपके पास आएंगे नहीं आपको अपॉइंट नहीं करेंगे ऐसे करके कि हमें ये चाहिए या वो चाहिए तो बेसिकली मदर देती जाती है पर कई बार पता नहीं चलता क्योंकि वो कहते हैं कोई नहीं अभी तो बोल लेगा अभी 12 महीने का है पर यूजुअली बिटवीन 15 and 18 मंथ्स में जैसे ना यू कैन स्टार्ट सीइंग द साइंस कि कुछ ना कुछ जैसे अलग है इस बच्चे में टॉयज़ के साथ प्ले करेंगे तो वो एक ही तरह से प्ले करेंगे और या प्ले स्किल्स होंगी नहीं जैसे यूजुअली नॉर्मल जैसे कोई रेगुलर बच्चा कार को लेके पुश करेगा ट्रेन को छू 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 करेगा तो ये वाले बच्चे या टायर्स को ऐसे ऐसे करते जाएंगे कोई रेपिटेटिव बिहेवियर होगा या कोई टॉय पसंद है तो एक ही होगा सेम ही चीज़ हाँ जी वापस कर और बार बार उसको ना बहुत रेपिटेटिव बिहेवियर हो सकता है टॉयज़ में भी किसी और चीज़ में भी हो सकता है फिंगर्स के साथ कई बार वो खेलते हैं तो ये उनके जैसे थोड़े सिम्टम्स होंगे पर लेट मी आस्क यू 15 ਤੋਂ 18 ਮਹੀਨੇ ਦੇ ਬੱਚੇ ਅੰਦਰ 15 ਤੋਂ 18 ਮਹੀਨੇ ਦਾ ਬੱਚਾ ਤੇ ਹਲੇ ਬੋਲਦਾ ਵੀ ਨਹੀਂ ਹੈਗਾ ਉਸ ਦੇ ਅੰਦਰ ਕੋਈ ਇੰਨੀ ਇੰਨੀ ਸਮਝ ਨਹੀਂ ਹੈਗੀ ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਮਤਲਬ ਹਾਊ ਕੈਨ ਅ ਪੈਰੈਂਟ ਸੇ ਕਿ ਤੁਸੀਂ ਅਗਰ ਬੱਚੇ ਨੂੰ ਖਿਡੌਣਾ ਦਿਓ ਚੁੱਕੀ ਖਿਡੌਣਾ ਸੁੱਟ ਦੇਗਾ ਤੇ ਤੁਸੀਂ ਕਹੋਗੇ ਚਲੋ ਉਹਨੂੰ ਖਿਡੌਣਾ ਨਹੀਂ ਪਸੰਦ ਦੂਜਾ ਦੇ ਦਿਓ ਹਾਂ how do you find इतनी छोटी एज अंदर you think that's the right time or is that a proven thing कि इस टाइम पे हो सकता है बच्चा 3 साल का होए हाँ जी सिर्फ बोलने की बात इसीलिए ना सिर्फ बोलने का ही नहीं है कि वो सिर्फ वर्ड्स नहीं बोल रहा है या मामा पापा नहीं कह रहा यूजुअली
15 महीने और 18 महीने में कई बारी वर्ड्स नहीं भी होंगे, पर वो नॉन वर्बली बात करेगा कि मुझे ये चाहिए, ये दे दो भी नहीं कहेगा तो पॉइंट करेगा। तो यूजुअली बच्चा अगर जो रेगुलर बच्चे होते हैं वो पॉइंट करना 12 महीने 15 महीने तक शुरू कर देते हैं पॉइंट करना, तो ये पॉइंट भी नहीं करेंगे। और जब आप इनको बुलाओगे उसके नाम से, आप कुछ भी नाम से अमित, तो वो आपको देखेगा नहीं। तो वो बिल्कुल जैसे ना कहते हैं अपनी दुनिया में है जैसे थोड़ा सा ना, और अगर जैसे देख रहा है, स्टेयर कर रहा है किसी चीज़ को, यूजुअली स्टेयर कर रहे हैं। पर जो टेस्टिंग होती है इनकी यूजुअली हम 15 भी नहीं 18 to 22 मंथ्स में कहते हैं। बट ये साइंस कई बारी थोड़ा जल्दी दिखने शुरू हो जाते हैं, और अगर काफ़ी सिवियर जैसे दिखें तो यूजुअली जो डॉक्टर्स और पेडिट्रिशियंस हैं वो आपको रेकमेंड करेंगे कि आप ये अभी देख नहीं रहा है, जैसे उसको लगेगा कि ठीक नहीं है। पर यूजुअली 22 मंथ्स में टेस्टिंग होती है, 18 to 22 मंथ्स में। 18 to 22 मंथ्स में। लेकिन मैं एक गल ਤੇ ਬਿਲਡ ਕਰਨਾ ਚਾਹ ਰਹੀ ਸੀ ਕਿ ਅਗਰ ਤੁਹਾਡਾ ਬੱਚਾ 15 ਜਾਂ 18 ਮਹੀਨਿਆਂ ਦਾ ਤੱਕ ਨਾ ਵੀ ਤੁਸੀਂ ਮੈਂ ਬੋਲੀਆਂ ਵੇਟ ਕਰੋ ਕਦੇ, ਹੁਣ 1 ਸਾਲ ਦਾ ਬੱਚਾ ਹੈ, ਮਾਂ-ਬਾਪ ਕੋਲ ਆਂਦਾ ਹੈ, ਅਸੀਂ ਚਾਹ ਖੇਡਦੇ ਹਾਂ ਬੱਚਿਆਂ ਨਾਲ, ਤਾਲੀ ਮਾਰਦੇ ਤਾਂ ਬੱਚਾ ਤਾਲੀ ਮਾਰਦਾ ਹੈ, ਤੁਹਾਡੇ ਵੱਲ ਅੱਖਾਂ ਨਾਲ ਅੱਖਾਂ ਕਰਕੇ ਦੇਖਦਾ ਹੈ। ਅਗਰ ਨਹੀਂ ਤੁਸੀਂ ਦੇਖੋ ਤਾਂ ਕਦੇ ਕਦੇ ਇਸ ਤਰ੍ਹਾਂ ਆ ਕੇ ਤੁਹਾਡੇ ਵੱਲ ਵੇਖੇਗਾ ਕਿ ਤੁਸੀਂ ਮੇਰੇ ਵੱਲ ਕਿਉਂ ਨਹੀਂ ਦੇਖ ਰਹੇ। ਅਕਸਰ ਇਹ ਬੱਚਿਆਂ ਤੇ ਨਾ ਉਹ ਤੁਸੀਂ ਦੇਖੋਗੇ ਥੋੜਾ ਜਿਹਾ ਮਿਸਿੰਗ ਹੁੰਦਾ ਹੈਗਾ। ਮਤਲਬ ਕਿ ਆਈ ਕੰਟੈਕਟ ਤੁਹਾਡੇ ਨਾਲ ਨਹੀਂ ਕਰਨਗੇ, ਹੈ ਤੁਹਾਡੀ ਗੋਦੀ 'ਚ, ਬਟ ਤੁਸੀਂ ਮਤਲਬ ਆਪਣਾ ਇੱਧਰ ਉੱਧਰ ਹੀ ਦੇਖਦੇ ਰਹਿਣਗੇ। ਤੇ ਨਾਲੇ ਬਿਲਕੁਲ ਵੀ ਤੁਸੀਂ ਨਾਮ ਬੁਲਾਉਂਦੇ ਰਹਿ ਜਾਓ, ਉਹਨੂੰ ਨਾਮ ਦੀ ਪਛਾਣ ਹੀ ਨਹੀਂ ਹੈ। ਮਤਲਬ ਨਾ ਮਤਲਬ ਤੁਸੀਂ ਬੋਲ ਦੋ, ਉਹ ਸ਼ਾਇਦ ਕੋਈ ਸਾਊਂਡ ਦੇਖ ਸੁਣ ਕੇ, ਮਤਲਬ এনवायरमेंटल ਸਾਊਂਡ ਸੁਣ ਕੇ ਆਸ-ਪਾਸ ਜੋ ਰਿਹਾ ਮੁੜ ਜਾਏਗਾ, ਟੀਵੀ ਦੀ ਆਵਾਜ਼ ਸੁਣ ਕੇ ਸੁਣ ਜਾਏਗਾ। ਲੇਕਿਨ ਇਹ ਕਿ ਮੈਨੂੰ ਇਸ ਨਾਮ ਨਾਲ ਬੁਲਾ ਰਹੇ ਹੈਗੇ, ਇਹ ਮੇਰਾ ਨਾਮ ਹੈ, ਆਪਣੀ ਪਛਾਣ, ਉਹ ਕਨੈਕਸ਼ਨ ਨਹੀਂ ਬਣਾ ਪਾਉਂਦੇ ਬੱਚੇ। ਤੇ ਤੁਸੀਂ ਕਦੇ ਸੋਚਦੇ ਮੈਂ ਇਹ ਤਾਂ ਨਾ ਬੁਲਾਉਂਦੀ ਰਹਿ ਜਾਂਦੀ ਹੈ, ਮੁੜ ਕੇ ਦੇਖਦਾ ਨਹੀਂ ਹੈ। ਅਬ ਤੁਸੀਂ ਬੋਲੋ ਕਿ ਸੋ ਐਂਡ ਸੋ ਇੱਧਰ ਆ ਜਾ, ਨਾ ਉਹਨੇ ਨਹੀਂ ਆਣਾ, ਤੇ ਤੁਸੀਂ ਆ ਤਾਂ ਜਾ ਕੇ ਲੈ ਕੇ ਆਓਗੇ ਉਹਨੂੰ। तो ये ना छोटी छोटी चीज़ा तुहानू अगर ये साइंस लग रहा है कि बार बार हो ही जा रहा है गल्लां, और ये बिल्कुल ही नहीं रिस्पॉन्ड कर रहे अपने नां नू, 10 बार बुलानी है तां जाके देखता है, या एकदम अखा अखा जाके बोली ना बुलानी तां जाके थोड़ा जिहा मैंने देखता है, फिर वापस मुड़ जाता है, मतलब मैंने कोल जाके करना पैंदा है। ये छोटे छोटे साइंस अगर तुहानू नज़र आने शुरू हो जाते हैं तो मतलब थोड़ी जी फिक्र की गल है। ऑलरेडी 12 13 14 महीने का, क्योंकि वो बच्चा हम तुहानू जो देखता ही नहीं है ना, तो थोड़ी कोई गल की नकल ही नहीं करेगा। नकल नहीं करता तो जिस पूनम जी दस रहे, तो लैंग्वेज ही नहीं आती ना, फिर नाले पॉइंट भी नहीं करता कोई चीज़ नो, क्योंकि मंगता ही नहीं है। तो अक्सर माँ बाप बोलते हैं बड़ा गुड बच्चा है, मैंने ये बिल्कुल ही तंग नहीं करता। लेकिन जो 12 13 महीने का बच्चा या 18 में जो बच्चा चलना शुरू करता है, तो तुहानू तंग करना बहुत जरूरी है। ऑफ कोर्स ना तंग करे और बड़ा ही बीबा बच्चा है, अपने से ही खेलता रहता है, तो थोड़ी जी तुसी उसे अंदर थोड़ा जा नोटिस करो कि कोई एक्स्ट्रा साइंस नहीं है, कि क्यों किसी नाल मिलता जुलता नहीं हैगा। ओके, ऑलराइट। सो नाउ लेट मी आस्क कृपा देन कि बिहेवियर साइंस हैगे ना, तुसी कम्युनिकेशन स्पैशलिस्ट और स्पीच स्पैशलिस्ट, इस बच्चे अंदर जे उन्हां दे अंदर ये बाकी दे सिम्पटम्स हैगे, स्पीच के अंदर कोई प्रॉब्लम होंदी या कम्युनिकेशन जिस तरह असीं कहने आ उन्हां दे अंदर कोई प्रॉब्लम होंदी हैगी? See, autism is a basic problem with social skills. Social बच्चा नहीं कर पाता, socialize, communicate, connect नहीं कर पाता। तो जो बोल रहे हैं, जैसे मैं अभी आपके साथ बातें कर रही हूँ, या हम फ्रेंड्स के साथ बातें कर रहे हैं, पेरेंट्स के साथ, किसी के भी साथ में, तो वो बातें हम क्यों कर रहे हैं? बिकॉज हम socialize कर रहे हैं। It's not, socialize is not just partying, it's connecting with the person. राइट आप जिस स्पीकर है और जो बातें एक लिसनर है, हम एक कनेक्शन शेयर कर रहे हैं। तो ऑटिज़म में बिकॉज वो इज़ वेयर द गैप इज़ कि वो बच्चा अपनी इन्वायरमेंट के साथ, पेरेंट्स के साथ कनेक्ट नहीं कर पा रहा है, एंड दैट इज़ वेयर speech is the way you connect with the environment. So most of them have very severe speech impairment because he doesn't communicate, चाहे वो इशारों से हो, gestures से हो, चाहे वो बोलने से हो, चाहे वो eye contact से हो। Like मैं अभी आपके साथ बात कर रही हूँ, you're not gesturing or talking, but you have connected, you're communicating with me. So that is when they don't share that connectivity, which is eye contact हो गया, gesturing से हो गया, बोलने से हो गया. So that is what impairs their speech. Okay. बट लेट मी आल्सो आस्क यू, जैसे अगर छोटा बच्चा है, राइट, आपने कहा कि स्पीच कनेक्शन कभी कभी होता है, कभी कभी हम ये भी कहते हैं कि ठीक है बाकी के सिम्टम्स शायद ना हो, पर स्पीच जो है मे बी दैट कैन लीड कि हम उससे